बोले सोने हाल सासवी अकाल। वाहिगुरु मन साचा मुख साचा सोए, अवर ना पेखे कसबिन कोय। नानक लक्षण ब्रह्म ज्ञानी होए, ब्रह्म ज्ञानी सब सृष्ट का करता। ब्रह्म ज्ञानी सद जीवै नहीं मरता। ब्रह्म ज्ञानी मुक्त जुगत जी का दाता। ब्रह्म ज्ञानी पूरन पुरख विधाता। ब्रह्म ज्ञानी का नाथ। ब्रह्म ज्ञानी का सावे ऊपर हाथ। ब्रह्म ज्ञानी का सगला कार। ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी। नानक ब्रह्म ज्ञानी सर्ब का धनी। ब्रह्म ज्ञानी की शोभा ब्रह्म ज्ञानी बनी। नानक ब्रह्म ज्ञानी सर्ब का धनी। पतत पावन भगत वशल कृपा निधान दीन दयाल लोक परलोक के सहायक कल युग के जहाज चवर तख्त दे मालक जुगो जोगी अटल धन धन सतगुरु श्री गुरु ग्रंथ साहिब महाराज जी की हजूरी विच जुड़ बैठी गुरु प्यारी साध संगत जीओ, अपनियां मन बिरतियां नूं एकाग्र करो। सुरतियां नूं गुर चरनां नाल जोड़ो। रसना पवित्र करो। गज के बोलो सतनाम श्री वाहिगुरु। दोबारा फिर बोलना करो सतनाम श्री वाहिगुरु। निरंकार अकाल पुरख ने अपने सेवकां ते अपार बख्शिश कीती है। जे सदका धन धन ब्रह्म ज्ञानी बाबा बुढ़ा साहब जी दे जन्म दिहाड़े नूं मनाउंदे होए सतगुरां दी हजूरी विच आप जुड़ बैठे हो। छोटे बच्चों कोलों आप जी ने शब्द श्रवण कीता। धन धन ब्रह्म ज्ञानी बाबा बुढ़ा साहब जी जिन्हां दा विलखण इन्ना वड्डा है कि उसनूं कोई भी जिहड़ा जीव है बयान नहीं कर सकता। क्योंकि धन धन ब्रह्म ज्ञानी बाबा बुढ़ा साहब जी दे उत्ते धन श्री गुरु नानक देव महाराज जी की अपार बख्शिश होई। जे सदका हरेक दुनिया के कोने के उत्ते धन धन ब्रह्म ज्ञानी बाबा बुढ़ा साहब जी नूं जाणिया जाता है, याद किया जाता है। वो धरती, वो पिंड, वो शहर, वो नगर वड्डियां भागां वाले हुंदे ने जिन्हां नगरां दे विच महापुरुष जन्म लैंदे है। क्योंकि जिस तरह चंदन का बिरछ हरेक जंगल दे विच नहीं हुंदा, इस तरह ही जिहड़े महापुरुष ने
ਬ੍ਰਹਮ ਗਿਆਨੀ ਸੰਤ ਗੁਰਮੁਖ ਜਨ, ਇਹ ਇੱਕ ਹੀ ਸ਼ਬਦ ਹੈ। ਗੁਰਮੁਖ ਜਨ, ਬ੍ਰਹਮ ਗਿਆਨੀ, ਸੰਤ, ਇਹ ਤਿੰਨ ਅਸ਼ਟਪਦੀਆਂ ਨੇ। ਸੁਖਮਨੀ ਸਾਹਿਬ 'ਚ ਜਿਹੜੇ ਗੁਰਸਿੱਖ ਪੜ੍ਹਦੇ ਨੇ ਉਹਨਾਂ ਨੂੰ ਕਿਸ ਗੱਲ ਦੀ ਸਮਝ ਹੈ ਕਿ ਜਿਹੜਾ ਗੁਰਮੁਖ ਜਨ ਹੈ ਜਾਂ ਬ੍ਰਹਮ ਗਿਆਨੀ ਹੈ ਜਾਂ ਸੰਤ ਜਨ ਹੈ, ਉਹਦੀ ਪਰਿਭਾਸ਼ਾ ਕੀ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ। ਉਹ ਨਗਰ ਵਡਭਾਗੇ ਨੇ, ਇਹ ਧਰਤੀ ਵਡਭਾਗੀ ਹੈ ਕੱਥੂ ਨੰਗਲ ਦੀ, ਜਿਸ ਧਰਤੀ ਦੇ ਉੱਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਸੁੱਗਾ ਰੰਧਾਵਾ ਮਾਤਾ ਗੋਗਰਾਂ ਦੀ ਕੁੱਖ ਤੋਂ ਕੱਥੂ ਨੰਗਲ ਵਿੱਚ ਜਨਮ ਜਿਹੜਾ ਅਸੀਂ ਧਾਰਿਆ। ਆਪ ਸਾਰੇ ਅਸੀਂ ਇਤਿਹਾਸ ਦੇ ਵਿੱਚ ਸੁਣਦੇ ਹਾਂ, ਜਿਸ ਤਰ੍ਹਾਂ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਸ਼੍ਰਵਣ ਕਰਾਇਆ ਸੀ ਭੋਗ ਤੋਂ ਉਪਰੰਤ, ਕਿ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਅਵਸਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਅਤੇ ਸਤਿਗੁਰਾਂ ਦੇ ਲਈ ਬਾਬਾ ਬੁੱਢਾ ਜੀ ਘਰੋਂ ਦੁੱਧ ਜਿਹੜਾ ਅਸੀਂ ਲੈ ਕੇ ਆਏ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਛਕਾਉਣ ਵਾਸਤੇ, ਅਤੇ ਸਤਿਗੁਰਾਂ ਨੇ ਦੁੱਧ ਛਕਿਆ। ਅਤੇ ਜਦੋਂ ਬਚਨ ਬਲਾਸ ਕੀਤੇ ਅਤੇ ਬਾਬਾ ਜੀ ਨੇ ਇੱਕ ਹੀ ਬੇਨਤੀ ਕੀਤੀ ਸੀ ਕਿ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ, ਕਿਉਂਕਿ ਜਿਹੜਾ ਜੀਵ ਮੌਤ ਨੂੰ ਚੇਤੇ ਰੱਖਦਾ ਸੰਸਾਰ ਦੇ ਵਿੱਚ, ਉਹ ਜੀਵ ਗੁਰੂ ਚਰਨਾਂ ਦੇ ਨਾਲ ਜੁੜਦਾ। ਜਿਹੜਾ ਮੌਤ ਨੂੰ ਚੇਤੇ ਨਹੀਂ ਰੱਖਦਾ ਉਹ ਕਦੀ ਗੁਰੂ ਚਰਨਾਂ ਦੇ ਨਾਲ ਨਹੀਂ ਜੁੜਦਾ। ਜੇ ਸਾਨੂੰ ਪਤਾ ਹੋਵੇ ਕਿ ਕੱਲ੍ਹ ਨੂੰ ਅਸੀਂ ਕਾਲ ਚਲਾਣਾ ਕਰ ਜਾਣਾ, ਅਤੇ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਵੀ ਕਰਾਂਗੇ, ਗੁਰੂ ਦੀ ਬਾਣੀ ਪੜ੍ਹ ਕੇ ਉਹਦਾ ਰਸ ਵੀ ਲਵਾਂਗੇ ਕਿ ਇਹ ਜਿਹੜਾ ਥੋੜ੍ਹੇ ਸਵਾਸ ਰਹਿੰਦੇ ਇਹਨਾਂ ਨੂੰ ਕਿਸ ਤਰ੍ਹਾਂ ਸਫਲ ਕਰ ਲਈਏ। ਬਾਬਾ ਬੁੱਢਾ ਜੀ ਨੂੰ 12 ਸਾਲ ਦੀ ਅਵਸਥਾ ਦੇ ਵਿੱਚ ਇਸ ਗੱਲ ਦੀ ਸਮਝ ਆ ਗਈ ਕਿ ਜਿਹੜੀ ਮੌਤ ਹੈ ਇਹਦਾ ਪਤਾ ਨਹੀਂ ਕਿ ਕਿਹੜੇ ਵੇਲੇ ਸਾ ਕੇ ਸਾਨੂੰ ਇਸ ਨੇ ਘੇਰ ਲੈਣਾ, ਕਿਉਂਕਿ ਬਾਰੇ ਬੂਢੇ ਤਰਨੇ ਭਈਆ ਸਭ ਕੋ ਜਾਮਲ ਜਈਆ ਹੈ। ਪਤਾ ਨਹੀਂ ਬਚਪਨ ਵਿੱਚ ਲੈ ਜਾਣਾ, ਜਵਾਨ ਅਵਸਥਾ ਦੇ ਵਿੱਚ ਲੈ ਜਾਣਾ, ਕਿ ਜਾਂ ਵਡੇਪੇ ਦੇ ਵਿੱਚ ਮੌਤ ਨੇ ਆਉਣਾ, ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਪਰ ਜਦੋਂ ਬਚਪਨ ਦੇ ਵਿੱਚ ਬਾਬਾ ਜੀ ਨੇ ਬਚਨ ਕੀਤਾ ਅਤੇ ਸਤਿਗੁਰ ਕਹਿੰਦੇ ਕਿ ਤੁਹਾਨੂੰ ਮੌਤ ਤੋਂ ਕਿਉਂ ਡਰ ਲੱਗਦਾ, ਅਤੇ ਬਾਬਾ ਜੀ ਕਹਿੰਦੇ ਅਸੀਂ ਵੇਖਿਆ ਕਿ ਬਹੁਤ ਸਾਰੇ ਜਿਹੜੇ ਧਨਾੜ ਸੀ ਆਏ, ਉਹਨਾਂ ਦੇ ਘੋੜਿਆਂ ਦੇ ਖੁਰਾਂ ਨੇ ਜਿਹੜੀ ਫਸਲ ਉਗ ਰਹੀ ਸੀ ਉਹਨੂੰ ਲਤਾੜ ਦਿੱਤਾ, ਜਿਹੜੀ ਕੱਚੀ ਉਸ ਨੂੰ ਖਾ ਗਏ, ਪੱਕੀ ਨੂੰ ਵੱਢ ਕੇ ਲੈ ਗਏ। ਪਰ ਮੌਤ ਦਾ ਪਤਾ ਨਹੀਂ ਕਿ ਕਦੋਂ ਆ ਜਾਣਾ। ਅਤੇ ਉਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਹਿਣਾ ਕੀਤਾ ਸੀ, ਕਿਉਂਕਿ ਇਹਨਾਂ ਦਾ ਬਚਪਨ ਦਾ ਨਾਂ ਬੂੜਾ ਸੀ, ਕਿ ਆਪ ਤੇ ਬਚਪਨ ਦੇ ਵਿੱਚ ਬੁੱਢਿਆਂ ਵਾਲੀਆਂ ਗੱਲਾਂ ਕਰਦੇ ਜੇ, ਅਤੇ ਜਿਹਨੂੰ ਬਚਪਨ ਦੇ ਵਿੱਚ ਸਿਆਣੀ ਗੱਲ ਆ ਜਾਵੇ, ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਕਈ ਅਸੀਂ ਕਿਸੇ ਬੱਚੇ ਨੂੰ ਕਹਿ ਦਿੰਦੇ ਇਹ ਕਿੱਥੋਂ ਸਾਡਾ ਬਾਬਾ ਆ ਗਿਆ ਕਿ ਬੜੀਆਂ ਸਿਆਣੀਆਂ ਗੱਲਾਂ ਕਰਦਾ, ਅਤੇ ਕਈ ਵਾਰ ਵਡੇਰੀ ਉਮਰ ਵੀ ਹੋ ਜਾਵੇ ਅਤੇ ਸਿਆਣੀ ਗੱਲ ਨਹੀਂ ਮਨੁੱਖ ਨੂੰ ਆਉਂਦੀ। ਸਤਿਗੁਰਾਂ ਨੇ ਬਾਬਾ ਜੀ ਨੂੰ ਗੱਲ ਦੇ ਨਾਲ ਲਾ ਕੇ ਕਿਹਾ ਕਿ ਆਪ ਤੇ ਬੁੱਢੇ ਵਾਲੀਆਂ ਗੱਲਾਂ ਕਰਦੇ, ਤੇ ਉੱਥੋਂ ਬਾਬਾ ਜੀ ਦਾ ਨਾਂ ਜਿਹੜਾ ਸੀ ਬੁੱਢਾ ਪ੍ਰਸਿੱਧ ਹੋਇਆ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕੀਤੀ। ਭਾਈ ਲਹਿਣਾ ਜੀ ਸੰਗਤ ਦੇ ਵਿੱਚ ਆਏ, ਸੇਵਾ ਕਰਦੇ। ਆਪ ਜੀ ਨੇ ਸਵੇਰੇ ਸ਼੍ਰਵਣ ਕੀਤਾ, ਅਤੇ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਅਤੇ ਜਦੋਂ ਸਤਿਗੁਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਅਤੇ ਤਿਲਕ ਲਾਉਣ ਦਾ ਕੰਮ ਜਿਹੜਾ ਸੀ ਬਾਬਾ ਬੁੱਢਾ ਸੀ ਨੂੰ ਕਹਿਣਾ ਕੀਤਾ ਸੀ ਕਿ ਗੁਰਦਾ ਗੱਦੀ ਦਾ ਤਿਲਕ ਤੁਸੀਂ ਲਾਓ। ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਪਹਿਲੋਂ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ, ਉੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦਿੱਤੀ, ਮੱਥਾ ਟੇਕਿਆ, ਅਤੇ ਦੂਸਰਾ ਮੱਥਾ ਜਿਹੜਾ ਸੀ ਬਾਬਾ ਬੁੱਢਾ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਟੇਕਿਆ।
ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਦੇ, ਫਿਰ ਚੌਥੇ ਪਾਤਸ਼ਾਹ ਦੇ, ਫਿਰ ਪੰਜਵੇਂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ। ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ, ਕਿਉਂਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਸੀ ਕਿ ਬਾਬਾ ਬੁੱਢਾ ਸਾਹਿਬ ਜੀ, ਤੁਹਾਡੇ ਦੇ ਉੱਤੋਂ ਕਦੀ ਵੀ, ਤੇਰੇ ਤੋਂ ਕਦੀ ਵੀ ਓਹਲਾ ਅਸੀਂ ਨਹੀਂ ਰੱਖਾਂਗੇ। ਕਿ ਤਾਂ ਹੀ ਬਾਬਾ ਬੁੱਢਾ ਸਾਹਿਬ ਜੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਖੰਡੂਰ ਵਿੱਚ ਆ ਕੇ ਮਾਤਾ ਭਰਾਈ ਦੇ ਘਰ ਦੇ ਅੰਦਰ ਬੈਠ ਗਏ ਸੀ, ਤੇ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਸੀ, ਤੇ ਸੰਗਤਾਂ ਦੇ ਨਾਲ ਚੱਲ ਕੇ ਬਾਬਾ ਬੁੱਢਾ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਿਹੜੇ ਕਮਰੇ ਦੇ ਵਿੱਚ ਬੈਠੇ ਸੀ ਉਸ ਦਰਵਾਜ਼ੇ ਨੂੰ ਖੋਲ੍ਹਿਆ ਸੀ, ਉਹਨੂੰ ਬਾਹਰੋਂ ਲਿਪਿਆ ਹੋਇਆ ਸੀ, ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸੀਸ ਰੱਖ ਕੇ ਮੱਥਾ ਟੇਕ ਕੇ ਕਿਹਾ ਸੀ ਕਿ ਆਪ ਜੀ ਦੀਆਂ ਸੰਗਤਾਂ ਦਰਸ਼ਨ ਕਰਨ ਲਈ ਬੈਠੀਆਂ ਨੇ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਜਦੋਂ ਬਾਸਰ ਕੇ ਇੱਕ ਕਮਰੇ ਦੇ ਵਿੱਚ ਆ ਕੇ ਬੈਠ ਕੇ ਸੀ, ਤੇ ਬਾਹਰ ਤਾਲਾ ਲਾ ਕੇ ਉੱਤੇ ਤਖਤੀ ਲਾ ਤੀ ਕਿ ਜਿਹੜਾ ਸਾਡਾ ਕੁੰਡਾ ਖੋਲ੍ਹੇਗਾ, ਦਰਵਾਜ਼ਾ ਖੋਲ੍ਹੇਗਾ, ਸਾਡਾ ਸਿੱਖ ਨਹੀਂਗਾ। ਤੇ ਬਾਬਾ ਜੀ ਨੂੰ ਜਦੋਂ ਬੇਨਤੀ ਕੀਤੀ ਸੰਗਤਾਂ ਨੇ, ਤੇ ਬਾਬਾ ਜੀ ਨੇ ਇਹ ਨਹੀਂ ਕਿਹਾ ਕਿ ਆਪਾਂ ਚੱਲਦੇ ਹਾਂ, ਕਿਉਂਕਿ ਸਤਿਗੁਰਾਂ ਤੋਂ ਕਦੀ ਓਹਲਾ ਨਹੀਂ ਰੱਖਿਆ ਸਭ ਬਾਬਾ ਬੁੱਢਾ ਜੀ ਤੋਂ। ਤੇ ਬਾਬਾ ਜੀ ਨੇ ਆਖਿਆ ਸੀ ਸਤਿਗੁਰਾਂ ਦੀ ਘੋੜੀ ਜਿਹੜੀ ਉਹਨੂੰ ਸ਼ਿੰਗਾਰ ਨਾ ਕਰੋ। ਘੋੜੀ ਨੂੰ ਸ਼ਿੰਗਾਰਿਆ ਗਿਆ, ਚੰਗੀ ਕਾਠੀ ਪਾਈ ਗਈ, ਪਹਿਲੋਂ ਇਸ਼ਨਾਨ ਕਰਾਇਆ ਗਿਆ, ਅੱਗੇ ਅੱਗੇ ਘੋੜੀ, ਪਿੱਛੇ ਪਿੱਛੇ ਸੰਗਤ, ਤੇ ਬਾਸਰ ਕੇ ਆ ਕੇ ਉਸ ਕਮਰੇ ਦੇ ਦਰਵਾਜ਼ੇ ਅੱਗੇ ਘੋੜੀ ਖਲੋ ਗਈ ਜਿੱਥੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਚੌਂਕੜਾ ਲਾ ਕੇ ਬੈਠੇ ਸੀ। ਤੇ ਬਾਬਾ ਬੁੱਢਾ ਜੀ ਨੇ ਜਦੋਂ ਹੁਕਮ ਵੇਖਿਆ ਸਤਿਗੁਰਾਂ ਦਾ, ਤੇ ਪਿਛਲੇ ਪਾਸੇ ਸੰਨ ਲਾ ਕੇ ਸਤਿਗੁਰਾਂ ਦੇ ਜਦੋਂ ਚਰਨ ਝੱਸੇ, ਤੇ ਸਤਿਗੁਰਾਂ ਨੇ ਜਦੋਂ ਨੇਤਰ ਖੋਲ੍ਹੇ, ਤੇ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਕਹਿਣਾ ਕੀਤਾ, ਬਾਬਾ ਜੀ ਤੁਸੀਂ ਸਾਡਾ ਹੁਕਮ ਨਹੀਂ ਪੜ੍ਹਿਆ। ਸਤਿਗੁਰੂ ਜੀ ਆਪ ਜੀ ਦੀ ਹੁਕਮ ਅਦੂਲੀ ਨਹੀਂ ਕੀਤੀ, ਅਸੀਂ ਤੇ ਪਿਛਲੇ ਪਾਸੇ ਸੰਨ ਲਾ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਆਏ ਹਾਂ। ਤੇ ਸਤਿਗੁਰਾਂ ਨੇ ਕਿਹਾ, ਬਾਬਾ ਜੀ ਤੁਸੀਂ ਧੰਨ ਜੇ ਜਿਨ੍ਹਾਂ ਨੇ ਹੁਕਮ ਅਦੂਲੀ ਨਹੀਂ ਕੀਤੀ ਤੇ ਸੰਗਤਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ। ਤੇ ਸਤਿਗੁਰਾਂ ਨੇ ਉੱਥੇ ਵਚਨ ਕੀਤਾ ਸੀ ਕਿ ਜਿਹੜੇ ਗੁਰੂ ਦੇ ਸਿੱਖ ਸੰਧ ਦੇ ਵਿੱਚੋਂ ਲੰਘ ਕੇ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਆਉਣਗੇ, ਉਹਨਾਂ ਦੀ 84 ਕੱਟੀ ਜਾਵੇਗੀ। ਤੀਸਰੇ ਪਾਤਸ਼ਾਹ ਦੇ ਵੇਲੇ ਹੀ ਬੌੜੀ ਦਾ ਟੱਪ ਲਾਉਣ ਦਾ ਸੁਭਾਗ ਹੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਚੌਥੇ ਪਾਤਸ਼ਾਹ ਦੇ ਵੇਲੇ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੇ ਪੰਜਵੇਂ ਪਾਤਸ਼ਾਹ ਨੇ ਜਦੋਂ ਮਾਤਾ ਗੰਗਾ ਜੀ ਨੂੰ ਭੇਜਿਆ ਸੀ ਕਿ ਜਿਹੜੇ ਪੁੱਤਰ ਦੀ ਦਾਤ ਹੈ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਤੋਂ ਪ੍ਰਾਪਤ ਹੋਵੇਗੀ, ਤੇ ਬਾਬਾ ਬੁੱਢਾ ਜੀ ਨੇ ਜਦੋਂ ਵਰ ਦਿੱਤੇ ਸੀ ਮਾਤਾ ਗੰਗਾ ਜੀ ਨੂੰ ਕਿ ਜਿਹੜਾ ਆਪ ਜੀ ਦੇ ਘਰ ਬਹੁਤ ਬੜੀ ਪੁੱਤਰ ਪਰਿਵਾਰ ਜਿਹੜਾ ਪੈਦਾ ਹੋਵੇਗਾ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਵਾਰਾਂ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਪੰਜ ਪਿਆਲੇ ਪੰਜ ਪੀਰ ਸਤਮ ਪੀਰ ਪੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਜੋਧਾ, ਬੋ ਪਰਪਕਾਰੀ ਕੇ ਐਸੇ ਜੋਧੇ ਜਿਹੜੇ ਦਲਾਂ ਦਾ ਨਾਸ ਕਰਨਗੇ, ਜਿਹੜੇ ਜ਼ਾਲਮ ਨੇ ਉਹਨਾਂ ਦਾ ਨਾਸ ਕਰਨਗੇ, ਐਸਾ ਵਰ ਦਿੱਤਾ। ਤੇ ਜਦੋਂ ਮੀਰੀ ਪੀਰੀ ਦੇ ਮਾਲਕ ਦਾ ਪ੍ਰਕਾਸ਼ ਹੋਇਆ, ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਸੁਨਾਹ ਭੇਜਿਆ ਕਿ ਤੁਸੀਂ ਆਓ ਬਾਲਕ ਦਾ ਨਾਂ ਰੱਖਣਾ। ਤੇ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੀ ਵਡਾਲੀ ਪਹੁੰਚੇ, ਤੇ ਸਤਿਗੁਰਾਂ ਨੇ ਜਿਹੜਾ ਬਾਲਕ ਹਰਗੋਬਿੰਦ ਮਹਾਰਾਜ ਜੀ ਉਹਨਾਂ ਨੂੰ ਬਾਬਾ ਬੁੱਢਾ ਜੀ ਦੀ ਝੋਲੀ ਵਿੱਚ ਪਾ ਦਿੱਤਾ। ਤੇ ਬਾਬਾ ਜੀ ਨੂੰ ਕਹਿੰਦੇ ਕਿ ਇਹਨਾਂ ਦਾ ਨਾਂ ਰੱਖੋ। ਤੇ ਫਿਰ ਬਾਬਾ ਜੀ ਨੇ ਕੀ ਨਾਂ ਰੱਖਿਆ ਕਿ ਮੇਰੇ ਹਰਗੋਬਿੰਦ ਨੇ, ਉਹਨਾਂ ਦਾ ਨਾਮ ਹੀ ਹਰਗੋਬਿੰਦ ਬਾਬਾ ਜੀ ਨੇ ਰੱਖਿਆ। ਫਿਰ ਸ਼ਾਸਤਰ ਵਿਦਿਆ, ਗੁਰਮਤਿ ਵਿਦਿਆ, ਇਤਿਹਾਸ ਵਿੱਚ ਆਉਂਦਾ ਕਿ ਬਾਬਾ ਬੁੱਢਾ ਸਾਹਿਬ ਜੀ 65 ਤਰ੍ਹਾਂ ਦੀ ਵਿਦਿਆ ਜਿਹੜੀ ਉਹ ਜਾਣਦੇ ਸੀ, ਜਿਹੜੀ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਾਬਾ ਜੀ ਤੋਂ ਸਿੱਖੀ। ਕਿਉਂਕਿ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜੀ ਵਿਲੱਖਣ ਹੈ, ਵਡਿਆਈ ਹੈ, ਉਹ ਜਿੰਨੀ ਕੁ ਸਾਡੀ ਬੁੱਧੀ ਤੁਸ ਬੁੱਧੀ ਨਾਲ ਸੰਖੇਪ ਜੀ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ। ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਜਦੋਂ ਬਾਬਾ ਜੀ ਦੀ ਅਵਸਥਾ 100 ਸਾਲ ਤੋਂ ਉੱਪਰ ਹੋ ਗਈ, ਤੇ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਆਉਂਦੇ ਮਿਲਣ, ਹਰਿਮੰਦਰ ਸਾਹਿਬ ਆਉਂਦੇ,
ਤੇ ਇੱਕ ਦਿਨ ਸ੍ਰੀ ਹਰਗੋਬਿੰਦ ਮਹਾਰਾਜ ਜੀ ਜਿਹੜੇ ਸੀ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਬਾਬਾ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਲੈ ਕੇ ਆਇਆ ਕਰੋ। ਤੇ ਸਿੱਖਾਂ ਨੇ ਇਸੇ ਤਰ੍ਹਾਂ ਕਰਨਾ ਕਿ ਜਦੋਂ ਬਾਬਾ ਜੀ ਨੇ ਬਾਬੇ ਦੀ ਬੀੜ ਤੋਂ ਆਉਣਾ ਅੰਮ੍ਰਿਤਸਰ ਤੇ ਪਾਲਕੀ ਵਿੱਚ ਬਿਠਾ ਕੇ ਲਿਆਉਣਾ। ਤੇ ਇੱਕ ਦਿਨ ਹਰਗੋਬਿੰਦ ਪਾਤਸ਼ਾਹ ਕਹਿੰਦੇ ਮਨ ਦੇ ਵਿੱਚ ਉਹਨਾਂ ਸੋਚਿਆ ਕਿ ਅੱਜ ਪਾਲਕੀ ਨੂੰ ਅਸੀਂ ਮੋਢਾ ਦੇਵਾਂਗੇ। ਰਾਮਸਰ ਵਾਲੇ ਪਾਸੇ ਨੂੰ ਸ੍ਰੀ ਹਰਗੋਬਿੰਦ ਮਹਾਰਾਜ ਜੀ ਚੱਲ ਪਏ ਕਿ ਜਾ ਕੇ ਪਾਲਕੀ ਨੂੰ ਮੋਢਾ ਦੇਵਾਂਗੇ। ਤੇ ਇੱਕ ਸਿੱਖ ਨੂੰ ਕਿਹਾ ਕਿ ਤੁਸੀਂ ਪਿੱਛੇ ਹਟ ਜਾਓ। ਤੇ ਜਦੋਂ ਸਿੱਖ ਪਿੱਛੇ ਹਟਿਆ ਤੇ ਸਤਿਗੁਰਾਂ ਨੇ ਅਜੇ ਮੋਢਾ ਨਹੀਂ ਦਿੱਤਾ। ਤੇ ਬਾਬਾ ਜੀ ਕਹਿਣ ਲੱਗੇ ਸਤਿਗੁਰ ਜੀ ਤੁਸੀਂ ਮੋਢਾ ਨਾ ਦਿਓ, ਅਸੀਂ ਪਾਲਕੀ ਵਿੱਚੋਂ ਛਾਲ ਮਾਰ ਦੇਵਾਂਗੇ। ਕਹਿੰਦੇ ਬਾਬਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਕਹਿੰਦੇ ਮਹਾਰਾਜ ਆਪ ਜੀ ਨੇ ਤੇ ਬਚਨ ਕੀਤੇ ਸੀ ਕਿ ਤੇਰੇ ਤੋਂ ਕਦੇ ਓਲਾ ਨਹੀਂ। ਕਿ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਕਿ ਤੁਹਾਡੇ ਤੋਂ ਜਦੋਂ ਤੁਸੀਂ ਚੱਲੇ ਸੀ ਸਾਨੂੰ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਤੁਸੀਂ ਸਾਡੀ ਪਾਲਕੀ ਨੂੰ ਮੋਢਾ ਦੇਣ ਲਈ ਚੱਲ ਪਏ ਜੇ। ਤੇ ਜਦੋਂ ਬਾਬਾ ਜੀ ਨੇ ਬਚਨ ਕੀਤੇ ਤੇ ਸਤਿਗੁਰ ਜਿਹੜੇ ਸੀ ਬਹੁਤ ਵਿਰਾਗ ਦੇ ਵਿੱਚ ਆਏ। ਤੇ ਜਦੋਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਿਮ ਸਮਾਂ ਆ ਗਿਆ, ਰਮਦਾਸ ਆ ਗਏ। ਤੇ ਫਿਰ ਬਾਬਾ ਜੀ ਨੇ ਸੁਨਾਹ ਭੇਜਣਾ ਕੀਤਾ ਹਰਗੋਬਿੰਦ ਮਹਾਰਾਜ ਜੀ ਨੂੰ ਕਿ ਸਾਡਾ ਅੰਤਿਮ ਸਮਾਂ ਆ ਗਿਆ, ਆ ਕੇ ਦਰਸ਼ਨ ਦੇਣਾ ਕਰੋ। ਸ੍ਰੀ ਹਰਗੋਬਿੰਦ ਮਹਾਰਾਜ ਜੀ ਫਿਰ ਰਮਦਾਸ ਗਏ, ਕਾਫੀ ਦਿਨ ਉੱਥੇ ਰਹੇ। ਤੇ ਜਿੱਦਣ ਬਾਬਾ ਜੀ ਉਹ ਜੋਤ ਵਿੱਚ ਸਮਾਉਣਾ ਸੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ, ਸਰੀਰਕ ਕਿਰਿਆ ਕੀਤੀ। ਤੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਕੀਤਾ। ਜਿਹੜੇ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਸਾਨੂੰ ਜਪਜੀ ਸੁਣਾਓ, ਜਿਹੜੀ ਤੁਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸੁਣਦੇ ਰਹੇ ਜੇ, ਉਹ ਜਪਜੀ ਸਾਹਿਬ ਸਾਨੂੰ ਸੁਣਾਓ। ਤੇ ਜਦੋਂ ਬਾਬਾ ਜੀ ਨੇ ਜਪਜੀ ਸਾਹਿਬ ਜੀ ਦਾ ਜਾਪ ਸ਼ੁਰੂ ਕੀਤਾ ਤੇ ਸਾਰੇ ਜਪਜੀ ਸਾਹਿਬ ਜੀ ਦਾ ਸੰਪੂਰਨ ਭੋਗ ਪਾ ਕੇ ਜਦੋਂ ਸ਼ਲੋਕ ਪੜ੍ਹਿਆ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ 2 ਵਾਰਾਂ ਪੜ੍ਹ ਕੇ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸੀ ਦਾ ਜਿਹੜਾ ਸੀਸ ਸੀ ਉਹ ਸਤਿਗੁਰਾਂ ਦੇ ਚਰਨਾਂ ਵੱਲ ਨੂੰ ਜਿਹੜਾ ਸੀ ਨਿਉ ਗਿਆ। ਸਤਿਗੁਰਾਂ ਦੇ ਚਰਨਾਂ ਨੇ ਗਿਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਸਮਾ ਗਏ ਬਾਬਾ ਜੀ। ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪ ਬਾਬਾ ਜੀ ਦਾ ਇਸ਼ਨਾਨ ਕੀਤਾ। ਤੇ ਜਦੋਂ ਬਾਬਾ ਜੀ ਦੇ 5 ਭੂਤਕ ਸਰੀਰ ਨੂੰ ਲੈ ਕੇ ਤੁਰੇ ਤੇ ਸਤਿਗੁਰ ਕਹਿੰਦੇ ਬਾਬਾ ਜੀ ਜਿਉਂਦਿਆਂ ਤੁਸੀਂ ਪਾਲਕੀ ਸਾਹਿਬ ਨੂੰ ਤੇ ਮੋਢਾ ਨਹੀਂ ਸੀ ਲਾਉਣ ਦਿੱਤਾ। ਤੇ ਜਦੋਂ ਸਤਿਗੁਰਾਂ ਨੇ ਬਾਬਾ ਜੀ ਦੀ ਅਰਥੀ ਲੈ ਕੇ ਚੱਲੇ, ਇੱਕ ਸਿੱਖ ਨੂੰ ਪਿੱਛੇ ਕਰਕੇ ਅਰਥੀ ਨੂੰ ਮੋਢਾ ਵੀ ਸਤਿਗੁਰਾਂ ਨੇ ਦਿੱਤਾ। ਇਹੋ ਜਿਹੀ ਵਡਿਆਈ, ਇਹੋ ਜਿਹਾ ਵਿਲੱਖਣ ਕਿਸੇ ਵੀ ਗੁਰਸਿੱਖ ਨੂੰ ਸੰਸਾਰ ਦੇ ਵਿੱਚ ਪ੍ਰਾਪਤ ਨਹੀਂ ਹੋਇਆ ਜਿਹੜਾ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਤੇ ਜਦੋਂ ਬਾਬਾ ਜੀ ਨੂੰ ਚਿਖਾ ਦੇ ਵਿੱਚ ਚਿਣ ਕੇ ਅਗਨ ਭੇਟ ਕੀਤਾ ਗਿਆ ਤੇ ਸਤਿਗੁਰ ਇੰਨੇ ਵਿਰਾਗ ਦੇ ਵਿੱਚ ਆ ਗਏ ਕਿ ਉਹਨਾਂ ਦੀ ਨੇਤਰਾਂ ਦੇ ਵਿੱਚੋਂ ਜਿਹੜੇ ਸੀ ਪ੍ਰੇਮ ਦੇ ਜਿਹੜੇ ਹੰਝੂ ਸੀ ਵਹਿਣ ਲੱਗ ਪਏ। ਪ੍ਰੇਮ ਸੀ, ਵਿਰਾਗ ਸੀ ਬਾਬਾ ਜੀ ਦੇ ਨਾਲ। ਅੱਜ ਉਸ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਅਸੀਂ ਮਨਾ ਰਹੇ ਹਾਂ। ਕਿਉਂਕਿ ਸਤਿਗੁਰਾਂ ਗੁਰਬਾਣੀ ਵਿੱਚ ਲਿਖਿਆ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਬ੍ਰਹਮ ਗਿਆਨੀ ਸਦਾ ਜੀਂਦੇ ਨੇ ਬਾਬਾ ਜੀ, ਅੱਜ ਵੀ ਸਾਡੇ ਵਿੱਚ ਮੌਜੂਦ ਨੇ, ਉਹ ਕਦੇ ਗਏ ਨਹੀਂ। ਕਿਉਂਕਿ ਜਨਮ ਮਨ ਦੋਹੂ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਨਾ ਤੇ ਉਹ ਜਨਮ ਦੇ ਚੱਕਰ ਤੇ ਨਾ ਮਰਨ ਦੇ ਚੱਕਰ ਚ ਆਉਂਦੇ, ਉਹ ਪਰਉਪਕਾਰ ਕਰਨ ਲਈ ਸੰਸਾਰ ਦੇ ਵਿੱਚ ਮਹਾਂਪੁਰਸ਼ ਆਉਂਦੇ ਨੇ ਤੇ ਇੱਥੇ ਜੀਵਾਂ ਦੇ ਉੱਤੇ ਪਰਉਪਕਾਰ ਕਰਕੇ ਨਾਮ ਬਾਣੀ ਦੇ ਨਾਲ ਜੋੜ ਕੇ ਸੰਸਾਰ ਯਾਤਰਾ ਕਰਕੇ ਜਾਂਦੇ ਨੇ। ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਸਦਾ ਜਿਉਂਦੇ ਨੇ, ਕਦੀ ਮਰਦੇ ਨਹੀਂ। ਕਿਉਂਕਿ ਜਿਸ ਤਰ੍ਹਾਂ ਸਤਿਗੁਰ ਬਖਸ਼ਿਸ਼ ਕਰਦੇ ਨੇ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨ ਮਕਤਾ, ਸਾਧ ਜਨਾਂ ਕੀ ਅਚਰਜ ਕਥਾ। ਹੁਣ 7ਵਾਂ ਸ਼ਲੋਕ ਹੈ ਸੁਖਮਨੀ ਸਾਹਿਬ ਕਿ ਜਿਹੜੇ ਸਾਧ ਜਨ ਨੇ,
ਜਿਹੜੇ ਗੁਰਮੁਖ ਜਨ ਨੇ ਉਹਨਾਂ ਦੀ ਜਿਹੜੀ ਕਥਾ ਉਹ ਅਚਰਜ ਹੈ, ਹੈਰਾਨੀਜਨਕ ਹੈ। ਤੇ ਜਿਹੜਾ 8ਵਾਂ ਸ਼ਲੋਕ ਕਰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕ ਸਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਜੋ ਮਨ ਤੇ ਹੈ ਸੋ ਮੁਖ ਤੇ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਜਿਨ੍ਹਾਂ ਦੀ ਦਿਲੋਂ ਮੁਹੱਬਤ ਹੈ, ਜਿਹੜੇ ਦਿਲੋਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਨੇ, ਉਹ ਅੱਜ ਵੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਘਰ ਤੋਂ ਬਖਸ਼ਾਂ ਪ੍ਰਾਪਤ ਕਰਦੇ ਨੇ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਿੱਥੇ ਵੀ ਸਥਾਨ ਨੇ, ਬਾਬੇ ਬੀੜ ਸਾਹਿਬ, ਰਮਦਾਸ ਸਾਹਿਬ, ਜਿਹੜੀਆਂ ਵੀ ਸੰਗਤਾਂ ਉੱਥੇ ਆਪਣੀਆਂ ਆਸਾਂ ਲੈ ਕੇ ਜਾਂਦੀਆਂ ਨੇ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਾਉਂਦੀਆਂ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਇਹੋ ਜਿਹਾ ਦਰ ਹੈ ਕਿ ਉਹ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ, ਮਨੋਕਾਮਨਾ ਪੂਰੀਆਂ ਕਰਦੇ ਨੇ। ਜਿਹੜੇ ਮਨ ਕਰਕੇ ਗੁਰੂ ਚਰਨਾਂ ਦੇ ਵਿੱਚ ਆ ਕੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਥਾਨ 'ਤੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕਰਦੇ ਹੈ। ਸੋ ਸਾਧ ਸੰਗਤ, ਅੱਜ ਅਸੀਂ ਉਸ ਮਹਾਂਪੁਰਸ਼ਾਂ ਦਾ ਤਪਸਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੇ ਹਾਂ, ਜਿੱਥੇ ਅਸੀਂ ਸਾਧ ਸੰਗਤ ਜੁੜ ਬੈਠਦੇ ਹਾਂ, ਘਰਾਂ ਤੋਂ ਆਏ ਹਾਂ। ਗੁਰਮਤਿ ਵਿਚਾਰ ਸੁਣਨੀ ਹੈ, ਗੁਰੂ ਦੀ ਬਾਣੀ ਸੁਣਨੀ ਹੈ, ਤੇ ਉਹਨੂੰ ਸੁਣ ਕੇ ਹਿਰਦੇ ਵਿੱਚ ਵਸਾਉਣਾ। ਜੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ, ਉਹ ਕਰਨੀ ਹੈ। ਜੇ ਅਸੀਂ ਦਾੜੀ ਕੇਸ ਨਹੀਂ ਰੱਖੇ ਤੇ ਗੁਰੂ ਘਰ ਵਿੱਚੋਂ ਇਹ ਬਖਸ਼ਿਸ਼ ਪ੍ਰਾਪਤ ਕਰਨੀ ਹੈ ਕਿ ਦਾੜੀ ਕੇਸ ਰੱਖ ਕੇ ਸਾਬਤ ਸੂਰਤ ਹੋਈਏ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਭੁੱਲੇ ਚੁੱਕੇ ਜੀਵ ਹਾਂ। ਕਿਉਂਕਿ ਇੱਥੇ ਭੁੱਲੇ ਚੀਕੇ ਆਖਾਂਗੇ ਤੇ ਫੇਰ ਹੀ ਮਿਹਰ ਹੁੰਦੀ ਹੈ। ਕਿ ਜੇ ਆਖਾਂਗੇ ਕਿ ਸਾਡੇ ਵਿੱਚ ਭੁੱਲ ਚੁੱਕੀ ਕੋਈ ਨਹੀਂ, ਅਸੀਂ ਤੇ ਬਹੁਤ ਸਾਰਾ ਕੁਝ ਜਾਣਦੇ ਹਾਂ, ਸਾਨੂੰ ਕਿਸੇ ਦੀ ਕੀ ਪਰਵਾਹ, ਫਿਰ ਕੁਛ ਪ੍ਰਾਪਤ ਨਹੀਂ ਹੁੰਦਾ। ਹੰਕਾਰ ਹੀ ਲੱਦ ਕੇ ਚਲੇ ਜਾਂਦਾ ਜੀਵ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਮਾਰੇ, ਦਇਆ ਕਰੋ ਕਿਛ ਮਿਹਰ ਉਪਾਓ, ਡੁੱਬਦੇ ਪੱਥਰ ਤਾਰੇ। ਸਾਡੇ ਉੱਤੇ ਵੀ ਮਿਹਰ ਕਰੋ, ਸਾਡੇ ਤੇ ਵੀ ਦਇਆ ਕਰੋ। ਅਸੀਂ ਭੁੱਲੇ ਚੁੱਕੇ ਜੀਵ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਸਾਨੂੰ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ, ਅੰਮ੍ਰਿਤ ਦੀ ਦਾਤ ਬਖਸ਼ੋ, ਜੇ ਸਦਕਾ ਸਾਡਾ ਲੋਕ ਸੁਖੀ ਆ ਤੇ ਪਰਲੋਕ ਸਹੇਲਾ ਹੋ ਜਾਵੇ। ਬਹੁਤ ਸਾਰੀਆਂ ਸੰਗਤਾਂ ਨੇ ਗੁਰਬਾਣੀ ਦਾ ਮਾਣ ਸਤਿਕਾਰ ਕੀਤਾ। ਬਹੁਤ ਸਾਰੀਆਂ ਭੈਣਾਂ ਨੇ ਅਰਦਾਸ ਬੇਨਤੀ ਲਈ ਕਿ ਗੁਰੂ ਦਰ ਦੇ ਉੱਤੋਂ ਬੱਚੇ ਦੀ ਦਾਤ, ਪੋਤਰੇ ਦੀ ਦਾਤ ਜਾਂ ਦੋਤੇ ਦੀ ਦਾਤ ਮੰਗਦੀਆਂ ਨੇ। ਸਤਿਗੁਰ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਦੀਆਂ ਜਿਹੜੀਆਂ ਅਰਦਾਸ ਬੇਨਤੀਆਂ ਨੇ ਪ੍ਰਵਾਨ ਕਰਕੇ ਉਹਨਾਂ ਨੂੰ ਦਰੰਗ ਕਰੋ, ਬੱਚਿਆਂ ਦੀ ਦਾਤਾਂ ਬਖਸ਼ੇ। ਹੋਰ ਸੰਸਾਰ ਦੇ ਜਿਹੜੇ ਸੁੱਖ ਨੇ, ਕਿਉਂਕਿ ਸਾਰੇ ਅਸੀਂ ਸੁੱਖ ਹੀ ਮੰਗਦੇ ਹਾਂ। ਸੁੱਖ ਕੋ ਬਹੁਤ ਯਤਨ ਕੀਓ, ਦੁੱਖ ਕੋ ਕੀਆ ਨਾ ਕੋਏ। ਸੁੱਖਾਂ ਲਈ ਯਤਨ ਕਰਦੇ ਹਾਂ, ਦੁੱਖ ਲਈ ਕੋਈ ਯਤਨ ਨਹੀਂ ਕਰਦਾ। ਤੇ ਜਿਸ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਜਿਹੜੇ ਸੁੱਖ ਨੂੰ ਅਸੀਂ ਸਦਾ ਚਾਹੁੰਦੇ ਹਾਂ ਉਹ ਸਾਨੂੰ ਗੁਰੂ ਦੀ ਸ਼ਰਨ ਵਿੱਚੋਂ ਮਿਲਣਾ। ਭੁੱਲਾਂ ਚੁੱਕਾਂ ਦੀ ਮੁਆਫੀ। ਆਓ ਫਤਿਹ ਪੜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले